ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ ਜਗਤ ਜਲੰਦਾ ਰੱਖ ਲੈ। ਆਪਣੀ ਕਿਰਪਾ ਧਾਰ ਜਿਤ ਦੁਆਰੈ ਉਬਰੈ। ਤਿਤੈ ਲਿਹੁ ਉਬਾਰ ਜਿਤ ਦੁਆਰੈ ਉਬਰੈ। ਤਿਤੈ ਲਿਹੁ ਉਬਾਰ ਤੁਧ ਆਗੈ ਅਰਦਾਸ ਹਮਾਰੀ। ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨ ਜਾਣੈ ਮੇਰਾ ਕਵਨ ਵਡਾਈ। ਕਹਿ ਸਕੂੰ ਬੇਅੰਤ ਗੁਣੀਤਾ ਕਰ ਕਿਰਪਾ ਮੋਹਿ ਨਾਮ ਦੇਹੋ। ਨਾਨਕ ਦਰਸ ਰੀਤਾ ਕਰ ਕਿਰਪਾ ਮੋਹਿ ਨਾਮ ਦੇਹੋ। ਨਾਨਕ ਦਰਸ ਰੀਤਾ। ਜੁਗੋ ਜੁਗ ਅਟਲ ਸਤਿਗੁਰੂ ਗੁਰਗੱਦੀ ਤੇ ਸੁਭਾਈਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਮੁਬਾਰਕ ਪਵਿੱਤਰ ਹਜ਼ੂਰੀ ਵਿਖੇ ਜੁੜ ਬੈਠੀ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹਾਂ। ਗੁਰਸੰਗਤ ਰੂਪ ਚ ਗੁਰੂ ਕੇ ਦਰਬਾਰ ਦੀ ਹਾਜ਼ਰੀ ਭਰ ਰਹੇ ਹਾਂ। ਅੱਜ ਦੇ ਦੀਵਾਨਾਂ ਦੀ ਸੇਵਾ ਸਤਿਗੁਰਾਂ ਦੇ ਦਰ ਘਰ ਦੇ ਸੇਵਕ ਸਰਦਾਰ ਜਗਜੀਤ ਸਿੰਘ ਰਣੀਆਂ, ਬੀਬੀ ਹਰਪ੍ਰੀਤ ਕੌਰ ਔਰ ਸਮੂਹ ਪਰਿਵਾਰ ਵੱਲੋਂ ਰਲ ਮਿਲ ਕੇ ਹੋ ਰਹੀ ਹੈ। ਪਾਵਨ ਬਾਣੀ ਦੇ ਸ਼ਬਦ ਕੀਰਤਨ ਆਪ ਜੀ ਨੇ ਸ਼ਰਵਣ ਕੀਤੇ ਹਨ ਔਰ ਸ਼ਬਦ ਕੀਰਤਨ ਦੇ ਨਾਲ ਭਾਈ ਸਾਹਿਬ ਜੀ ਨੇ ਕੁਝ ਜੀਵਨ 'ਚ ਕੰਮ ਆਉਣ ਵਾਲੇ ਬਹੁਤ ਅਮੋਲਕ ਵਿਚਾਰ ਉਹ ਵੀ ਸਾਨੂੰ ਦੱਸੇ ਹਨ। ਆਓ ਇਸੇ ਤਰ੍ਹਾਂ ਕੁਝ ਸਮਾਂ ਹੋਰ ਗੁਰੂ ਕੀਆਂ ਕਥਾ ਕਹਾਣੀਆਂ 'ਚ ਸੁਖਮਨੀ ਸਾਹਿਬ ਬਾਣੀ ਦੀ ਵਿਚਾਰ 'ਚ ਜੁੜੀਏ। ਸਭ ਤੋਂ ਪਹਿਲਾਂ ਅਦਬ ਸਹਿਤ ਗੁਰੂ ਫਤਿਹ ਪ੍ਰਵਾਨ ਕਰੋ। ਕੋਈ ਰਸਨਾ ਵਾਂਝੀ ਨਾ ਰਵੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਰਸਨਾ ਤੋਂ ਬਖਸ਼ਿਸ਼ ਅੰਮ੍ਰਿਤਮਈ ਬਾਣੀ ਸੁਖਮਨੀ ਸਾਹਿਬ ਦੀ ਲੜੀਵਾਰ ਵਿਚਾਰ ਆਪ ਜੀ ਸ਼ਰਵਣ ਕਰਦੇ ਹੋ। ਔਰ ਇਸ ਬਾਣੀ 'ਚ ਜਿਵੇਂ ਬਾਣੀ ਦੀਆਂ ਰਹਾਉ ਦੀਆਂ ਪੰਕਤੀਆਂ ਨੇ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸ਼ਰਾਮ। ਜਿਸ ਬਾਣੀ ਦਾ ਨਾਮ ਸੁਖਮਨੀ ਬਾਣੀ ਹੈ ਤੇ ਅਸੀਂ ਸਾਰੇ ਚਾਹੁੰਦੇ ਹਾਂ ਸਾਡੇ ਜੀਵਨ 'ਚ ਸੁੱਖ ਹੀ ਸੁੱਖ ਹੋਣ। ਸੋ ਮਹਾਰਾਜ ਨੇ ਬਾਣੀ 'ਚ ਜਿੱਥੇ ਇਹ ਸਮਝਾਇਆ ਕਿ ਜੀਵਨ 'ਚ ਸੁੱਖ ਆ ਕਿੱਦਾਂ ਸਕਦਾ ਹੈ, ਉੱਥੇ ਦੂਜਾ ਪੱਖ ਵੀ ਸਾਡੇ ਸਾਹਮਣੇ ਰੱਖਿਆ ਕਿ ਜੇ ਜੀਵਨ 'ਚ ਸੁੱਖ ਨਹੀਂ ਹੈ ਉਹਦਾ ਕਾਰਨ ਕੀ ਹੈ। ਜੇ ਜੀਵਨ 'ਚ ਦੁੱਖ ਹਨ ਉਹਦਾ ਕਾਰਨ ਕੀ ਹੈ। ਸਾਰੇ ਪੱਖ ਸਾਡੇ ਸਾਹਮਣੇ ਇਸ ਬਾਣੀ ਦੇ ਰਾਹੀਂ ਸਤਿਗੁਰੂ ਨੇ ਰੱਖੇ ਨੇ। ਤੇ ਜਿਵੇਂ ਜਿਵੇਂ ਇਸ ਬਾਣੀ ਨੂੰ ਪੜ੍ਹੀਏ, ਬਾਣੀ ਨੂੰ ਸੁਣੀਏ, ਸਮਝੀਏ, ਵਿਚਾਰੀਏ ਔਰ ਦੂਜੇ ਪਾਸੇ ਆਪਣੇ ਜੀਵਨ ਨੂੰ ਨਾਲ ਦੀ ਨਾਲ ਵੇਖੀਏ ਤੇ ਸਾਰੀਆਂ ਗੱਲਾਂ ਸਪਸ਼ਟ ਵੀ ਹੁੰਦੀਆਂ ਜਾਂਦੀਆਂ ਨੇ ਕਿ ਕਿੱਥੇ ਘਾਟ ਹੈ, ਕਿੱਥੇ ਹੋਰ ਕੋਸ਼ਿਸ਼ ਕਰਕੇ ਜੀਵਨ ਨੂੰ ਇੰਪਰੂਵ ਕਰਨਾ ਪਵੇਗਾ।
ਚੌਥੀ ਅਸ਼ਟਪਦੀ ਦੀ ਵਿਚਾਰ ਚੱਲ ਰਹੀ ਹੈ। ਮਹਾਰਾਜ ਬਚਨ ਕਰਦੇ ਹਨ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਮਹਾਰਾਜ ਕਹਿੰਦੇ ਬੰਦਾ ਸੁੱਖ ਚਾਹੁੰਦਾ ਹੈ, ਪਰ ਸੁੱਖ ਜੀਵਨ 'ਚ ਕਿੱਦਾਂ ਬਣ ਸਕਦਾ ਹੈ? ਕੰਮ ਤਾਂ ਸਾਰੇ ਪਸ਼ੂਆਂ ਵਾਲੇ ਹਨ, ਕਰਤੂਤਾਂ ਤੇ ਪਸ਼ੂਆਂ ਵਾਲੀਆਂ ਨੇ। ਠੀਕ ਹੈ, ਬਾਹਰੋਂ ਮਨੁੱਖ ਹੈ, ਸਰੀਰ ਮਨੁੱਖ ਵਾਲਾ ਹੈ, ਨਾਮ ਵੀ ਮਨੁੱਖਾਂ ਵਾਲੇ ਹਨ, ਪਰ ਮਹਾਰਾਜ ਕਹਿੰਦੇ ਕਰਮ ਮਨੁੱਖਾਂ ਵਾਲੇ ਨਹੀਂ ਹਨ, ਕਰਮ ਪਸ਼ੂਆਂ ਵਾਲੇ ਹਨ। ਬਲਕਿ ਬਾਣੀ 'ਚ ਤੇ ਗੁਰੂ ਇੱਥੋਂ ਤੱਕ ਸਾਨੂੰ ਸਾਡੇ ਜੀਵਨ ਦਾ ਜੋ ਅੰਦਰਲਾ ਪਾਸਾ ਹਕੀਕਤ ਹੈ ਉਹ ਸਾਡੇ ਸਾਹਮਣੇ ਰੱਖ ਕੇ ਕਹਿੰਦੇ ਕਿਤੇ ਕਿਤੇ ਤੇ ਪਸ਼ੂ ਵੀ ਇਹਦੇ ਤੋਂ ਚੰਗੇ ਨੇ ਤੇ ਪਸ਼ੂਆਂ ਤੋਂ ਵੀ ਅੱਗੇ ਲੰਘ ਚੁੱਕਿਆ ਹੈ। ਇਹਦੀਆਂ ਕਰਤੂਤਾਂ ਪਸ਼ੂਆਂ ਤੋਂ ਵੀ ਜ਼ਿਆਦਾ ਵਿਗੜ ਚੁੱਕੀਆਂ ਹਨ। ਪਸ਼ੂ ਤੋਂ ਜ਼ਿਆਦਾ ਕਰੂਰਤਾ ਮਨੁੱਖ ਦੇ ਅੰਦਰ ਹੈ। ਹੁਣ ਵੇਖੋ, ਪਸ਼ੂ ਵੀ ਕਿਸੇ ਨਾ ਕਿਸੇ ਕਾਰਨ ਕਰਕੇ ਦੂਜੇ ਤੇ ਹਮਲਾ ਕਰਦੇ ਹਨ, ਦੂਜੇ ਦਾ ਨੁਕਸਾਨ ਕਰਦੇ ਹਨ। ਇੱਕ ਪਸ਼ੂ ਦੂਜੇ ਤੇ ਹਮਲਾ ਕਰੇਗਾ, ਕਿੰਨਿਆਂ ਕੁ ਦਾ ਨੁਕਸਾਨ ਕਰੇਗਾ? ਇੱਕ ਨੂੰ ਮਾਰ ਦੇਵੇਗਾ, ਦੋਵਾਂ ਨੂੰ, ਚਾਰਾਂ ਨੂੰ ਮਾਰ ਕੇ ਚਾਰਾਂ ਦਾ ਨੁਕਸਾਨ ਕਰੇਗਾ। ਪਰ ਜਦੋਂ ਪਸ਼ੂ ਦੇ ਪੱਧਰ ਤੋਂ ਵੀ ਥੱਲੇ ਡਿੱਗਿਆ ਹੋਇਆ ਮਨੁੱਖ ਹਮਲਾ ਕਰਦਾ ਹੈ ਤੇ ਆਪਾਂ ਵੇਂਦੇ ਹੀ ਪਏ ਹਾਂ ਕੀ ਬਣ ਰਿਹਾ ਹੈ। ਵਸਦੇ ਰਸਦੇ ਘਰ ਉਜੜਦੇ ਤਬਾਹ ਹੁੰਦੇ ਪਏ ਨੇ, ਪਰਿਵਾਰ, ਛੋਟੇ ਛੋਟੇ ਬੱਚੇ ਤੱਕ ਮਰ ਰਹੇ ਹਨ ਮਨੁੱਖਾਂ ਦੇ ਹਮਲੇ ਕਰਕੇ। ਇਸੇ ਕਰਕੇ ਮਹਾਰਾਜ ਕਹਿੰਦੇ ਪਸ਼ੂ ਨੂੰ ਵੀ ਸ਼ਾਇਦ ਇਹਨੂੰ ਵੇਖ ਕੇ ਸ਼ਰਮ ਆਉਂਦੀ ਹੋਏਗੀ। ਇੱਕ ਵਿਦਵਾਨ ਨੇ ਤੇ ਦੋ ਬੜੀਆਂ ਕਮਾਲ ਦੀਆਂ ਪੰਕਤੀਆਂ ਲਿਖੀਆਂ ਹਨ। ਉਹ ਕਹਿੰਦਾ ਕਿ ਨਾਗੋं ने ये कहकर डसना छोड़ दिया कि इंसान ही काफी है इंसानों को डसने के लिए, कि ਬੰਦੇ ਹੀ ਬੰਦਿਆਂ ਨੂੰ ਡੰਗਣ ਦੇ ਲਈ ਬਹੁਤ ਹਨ, ਸਾਨੂੰ ਤੇ ਸੱਪ ਕਹਿੰਦੇ ਡੰਗਣ ਦੀ ਲੋੜ ਹੀ ਕੋਈ ਨਹੀਂ ਹੈ। ਬੰਦੇ ਹੀ ਬੰਦਿਆਂ ਨੂੰ ਤਬਾਹ ਕਰਨ ਤੇ ਲੱਗੇ ਹੋਏ ਹਨ। ਹੁਣੇ ਭਾਈ ਸਾਹਿਬ ਜੀ ਨੇ ਇੱਕ ਸਾਖੀ ਦੇ ਰਾਹੀਂ ਵੀ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਰੱਬ ਤੇ ਪ੍ਰਸੰਨ ਹੋ ਕੇ ਸਾਨੂੰ ਦਾਤਾਂ ਦੇਣਾ ਚਾਹੁੰਦਾ ਹੈ, ਪਰ ਅਸੀਂ ਆਪਣੇ ਲਈ ਸੁੱਖ ਮੰਗਣ ਦੀ ਬਜਾਏ ਆਪਣੇ ਦੂਜੇ ਗੁਆਂਢੀ ਦੇ ਲਈ ਦੁੱਖ ਮੰਗਦੇ ਹਾਂ। ਸਾਡੇ ਜੀਵਨ 'ਚ ਸੁੱਖ ਫਿਰ ਕਿੱਦਾਂ ਆ ਸਕਦਾ ਹੈ? ਇਸੇ ਕਰਕੇ ਗੁਰੂ ਕਹਿੰਦੇ ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਤੂੰ ਗੁਆਂਢੀ ਦਾ ਬੁਰਾ ਮੰਗੇਗਾ, ਗੁਆਂਢੀ ਤੇਰਾ ਬੁਰਾ ਮੰਗੇਗਾ, ਉਹ ਵੀ ਦੁਖੀ ਤੇ ਤੂੰ ਵੀ ਦੁਖੀ, ਖੱਟਿਆ ਦੋਵਾਂ 'ਚੋਂ ਕਿਸੇ ਨੇ ਕੁਝ ਨਾ। ਇੱਕ ਬੜੀ ਪਿਆਰੀ ਕਹਾਣੀ ਹੈ। ਉਹ ਕਹਿੰਦੇ ਕਿਸੇ ਦੀ ਭਗਤੀ ਤੇ ਰੱਬ ਪ੍ਰਸੰਨ ਹੋ ਗਿਆ ਤੇ ਉਹਦੇ ਸਾਹਮਣੇ ਪ੍ਰਗਟ ਹੋ ਗਿਆ ਕਿ ਮੰਗ ਕੀ ਮੰਗਣਾ ਹੈ, ਜੋ ਮੰਗੇਗਾ ਮਿਲੇਗਾ, ਪਰ ਸ਼ਰਤ ਇੱਕ ਹੀ ਕਿ ਜੋ ਤੂੰ ਮੰਗੇਗਾ ਤੇਰੇ ਗੁਆਂਢੀ ਨੂੰ ਉਹਦੇ ਤੋਂ ਦੁੱਗਣਾ ਮਿਲੇਗਾ। ਇੱਕ ਸੁੱਖ ਮੰਗੇਗਾ, ਤੇਰੀ ਇੱਛਾ ਵਿਸ਼ ਪੂਰੀ ਹੋ ਜਾਏਗੀ, ਪਰ ਤੇਰੇ ਗੁਆਂਢੀ ਨੂੰ ਦੋ ਸੁੱਖ ਮਿਲਣਗੇ। ਤੂੰ ਇੱਕ ਘਰ ਮੰਗੇਗਾ ਮਿਲ ਜਾਏਗਾ, ਪਰ ਤੇਰੇ ਗੁਆਂਢੀ ਨੂੰ ਦੋ ਘਰ ਮਿਲਣਗੇ। ਤੂੰ ਇੱਕ ਗੱਡੀ ਮੰਗੇਗਾ ਮਿਲ ਜਾਏਗਾ, ਪਰ ਤੇਰੇ ਗੁਆਂਢੀ ਨੂੰ ਦੋ। ਹੁਣ ਬੰਦਾ ਪਰੇਸ਼ਾਨ ਹੋ ਗਿਆ। ਆਪ ਤਾਂ ਸੁੱਖ ਚਾਹੁੰਦਾ ਹੈ, ਪਰ ਇਹ ਨਹੀਂ ਚਾਹੁੰਦਾ ਕਿ ਮੇਰਾ ਗੁਆਂਢੀ ਵੀ ਸੁੱਖ ਮਾਣੇ ਤੇ ਉਹ ਵੀ ਤਰੱਕੀਆਂ ਕਰੇ। ਕਹਿਣ ਲੱਗਾ ਜੀ ਫਿਰ ਏਦਾਂ ਕਰੋ, ਬੰਦੇ ਦੀ ਜਿਹੜੀ ਗੱਲ ਸਤਿਗੁਰੂ ਕਹਿ ਰਹੇ ਨੇ ਕਿ ਪਸ਼ੂ ਬਿਰਤੀ, ਦੂਜੇ ਦਾ ਨੁਕਸਾਨ ਕਰਨਾ ਹੀ ਕਰਨਾ ਹੈ। ਇਹ ਸਾਡੇ ਪੰਜਾਬ ਦੀ ਇੱਕ ਕਹਾਵਤ ਹੈ ਕਿ ਆਪਣਾ ਭਾਵੇਂ ਕੋਠਾ ਢਾਉਣਾ ਪੈ ਜਾਏ ਪਰ ਗਵਾਂਢੀ ਦੀ ਕੰਧ ਢਾਉਣੀ ਆ, ਉਹਨੂੰ ਸੌਖੀ ਨਹੀਂ ਰਹਿਣ ਦੇਣਾ। ਆਪਣਾ ਭਾਵੇਂ ਬਹੁਤਾ ਨੁਕਸਾਨ ਕਰਨਾ ਪਵੇ ਪਰ ਉਹਦਾ ਨੁਕਸਾਨ ਕਰਨਾ ਹੀ ਕਰਨਾ ਹੈ। ਉਹ ਕਹਿਣ ਲੱਗੇ ਤੇਰੇ ਗਵਾਂਢੀ ਨੂੰ ਤੇਰੇ ਤੋਂ ਦੁੱਗਣਾ ਮਿਲੇਗਾ। ਕਹਿਣ ਲੱਗਾ ਜੀ ਭਗਵਾਨ ਜੀ ਫਿਰ ਏਦਾਂ ਕਰੋ ਕਿ ਮੇਰੀ ਇੱਕ ਅੱਖ ਕੱਢ ਦਵੋ, ਗਵਾਂਢੀ ਦੀਆਂ ਦੋਵੇਂ ਹੀ ਨਿਕਲ ਜਾਣਗੀਆਂ। ਮੈਂ ਤਾਂ ਠੀਕ ਹੈ ਕਿ ਇੱਕ ਅੱਖ ਤੋਂ ਜਾਵਾਂਗਾ ਤੇ ਬਿਲਕੁਲ ਹੀ ਅੰਨਾ ਹੋ ਜਾਏਗਾ। ਇਹ ਬੰਦੇ ਦੀ ਬਿਰਤੀ ਹੈ। ਮਹਾਰਾਜ ਇਸੇ ਤਰ੍ਹਾਂ ਦੇ ਸੁਭਾਅ ਦੀ ਗੱਲ ਕਰਦੇ ਆ। ਇਹ ਕਹਿੰਦੇ ਕਿ ਮਾਨਸ ਮੂਰਤ ਨਾਨਕ ਨਾਮ ਕਰਨੀ ਕੁੱਤਾ ਦਰ ਫਰਮਾਨ। ਨਾਮ ਮਨੁੱਖਾਂ ਵਾਲੇ, ਸ਼ਕਲਾਂ ਮਨੁੱਖਾਂ ਵਾਲੀਆਂ, ਪਰ ਕੰਮ ਇੱਕ ਵੀ ਮਨੁੱਖਾਂ ਵਾਲਾ ਨਹੀਂ ਹੈ। ਕਰਤੂਤ ਪਸ਼ੂ ਕੀ
ਮਾਨਸ ਜਾਤ, ਕੰਮ ਸਾਰੇ ਦੇ ਸਾਰੇ ਪਸ਼ੂਆਂ ਵਾਲੇ। ਲੋਕ ਪਚਾਰਾ ਕਰੈ ਦਿਨ ਰਾਤ। ਤੇ ਮਹਾਰਾਜ ਕਹਿੰਦੇ ਬਾਹਰੋਂ ਇਹ ਲੋਕ ਵਿਖਾਵਾ ਦਿਨ ਰਾਤ ਕਰਕੇ ਦੂਜਿਆਂ ਸਾਹਮਣੇ ਬੜਾ ਸੱਚਾ ਸੁੱਚਾ ਬਣ ਕੇ ਵਿਖਾਉਣ ਦੀ ਕੋਸ਼ਿਸ਼ ਕਰਦਾ ਹੈ। ਬੜਾ ਘੁੱਟ ਕੇ ਗਲੇ ਲੱਗ ਲੱਗ ਕੇ ਮਿਲਦਾ, ਹਾਲ ਪਰਿਵਾਰ ਦਾ ਹਾਲ ਪੁੱਛਦਾ ਹੈ, ਪਰ ਅੰਦਰੋਂ ਨਹੀਂ ਚਾਹੁੰਦਾ ਹੈ ਕਿ ਠੀਕ ਹੋਏ। ਬਸ ਕੇਵਲ ਬਾਹਰ ਦਾ ਵਿਖਾਵਾ ਦਿਨ ਰਾਤ ਕਰਨ ਤੇ ਲੱਗਿਆ। ਗੁਰੂ ਕਹਿੰਦੇ ਅੰਦਰੋਂ ਬਿਰਤੀ ਇਹਦੀ ਪਸ਼ੂਆਂ ਵਾਲੀ ਹੈ। ਬਾਹਰ ਭੇਖ ਅੰਤਰ ਮਲ ਮਾਇਆ। ਬਾਹਰੋਂ ਭੇਖ ਪਹਿਰਾਵਾ ਬੜਾ ਸੋਹਣਾ ਹੈ, ਪਰ ਅੰਦਰ ਕੀ ਹੈ? ਗੁਰੂ ਕਹਿੰਦੇ ਅੰਦਰ ਮੈਲ ਭਰੀ ਪਈ ਹੈ। ਈਰਖਾ ਦੀ ਮੈਲ, ਵਿਸ਼ਿਆਂ ਵਿਕਾਰਾਂ ਦੀ ਮੈਲ, ਬੁਰਾਈਆਂ ਦੀ ਮੈਲ। ਉਹੀ ਮੈਲ ਨੂੰ ਗੁਰੂ ਨੇ ਪਸ਼ੂ ਬਿਰਤੀ ਦਾ ਨਾਮ ਵੀ ਦਿੱਤਾ। ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਚਨ ਹੈ, ਉਹ ਕਹਿੰਦੇ ਪਸ਼ੂ ਤੇ ਮਨੁੱਖ ਦੇ ਵਿੱਚ ਫਰਕ ਕੀ ਹੈ? ਪਸ਼ੂਆ ਮਨੁੱਖਾ ਦੇ ਅੰਤਰ ਅੰਤਰ ਇਹ ਸ਼ਬਦ ਸੁਰਤ ਕੋ ਬਵੇਕ ਆ ਬਵੇਕ ਹੈ। ਨਹੀਂ ਤੇ ਹਾਲਾਂਕਿ ਕਈ ਗੱਲਾਂ ਕਰਕੇ ਵੇਖੋ, ਕੋਈ ਬੜਾ ਮਿੱਠਾ ਬੋਲਦਾ ਹੋਵੇ, ਉਹਦੇ ਬੋਲਾਂ ਦੀ ਤੁਲਨਾ ਇੱਕ ਜਾਨਵਰ ਦੇ ਨਾਲ, ਕੋਇਲ ਦੇ ਨਾਲ ਕੀਤੀ ਜਾਂਦੀ ਹੈ। ਕੋਈ ਤੇਜ਼ ਦੌੜਦਾ ਹੈ, ਉਹਦੀ ਤੁਲਨਾ ਘੋੜੇ ਦੇ ਨਾਲ ਕੀਤੀ ਜਾਂਦੀ ਹੈ। ਕੋਈ ਬੜੀ ਯੁਰਤ ਰੱਖਦਾ ਹੈ, ਉਹਦੀ ਤੁਲਨਾ ਸ਼ੇਰ ਦੇ ਨਾਲ ਕੀਤੀ ਜਾਂਦੀ ਹੈ। ਪਸ਼ੂਆਂ ਦੇ ਗੁਣਾਂ ਦੇ ਨਾਲ ਤੁਲਨਾ ਕੀਤੀ ਜਾਂਦੀ ਹੈ ਬੰਦੇ ਦੀ। ਕਈ ਗੁਣਾਂ ਕਰਕੇ ਕੁਦਰਤ ਨੇ ਪਸ਼ੂਆਂ ਜਾਨਵਰਾਂ ਨੂੰ ਬਹੁਤ ਹੱਦ ਦਰਜੇ ਦੀ, ਸਿਖਰ ਦਰਜੇ ਦੀ ਸੰਪੂਰਨਤਾ ਦਿੱਤੀ ਹੋਈ ਹੈ। ਉਹ ਚੀਜ਼ਾਂ ਮਨੁੱਖਾਂ 'ਚ ਵੀ ਨਹੀਂ ਹਨ। ਪਰ ਭਾਈ ਸਾਹਿਬ ਕਹਿੰਦੇ ਫਰਕ ਕਿੱਥੇ ਆ? ਭਾਈ ਗੁਰਦਾਸ ਸਾਹਿਬ ਉਹ ਕਹਿੰਦੇ ਪਸ਼ੂ ਦੇ ਕੋਲ ਸ਼ਬਦ ਸੁਰਤ ਵਿਵੇਕ ਆ ਵਿਵੇਕ ਹੈ। ਸ਼ਬਦ ਸੁਰਤ ਨਹੀਂ ਹੈ, ਵਿਵੇਕਤਾ ਨਹੀਂ ਹੈ। ਚੰਗੇ ਮਾੜੇ ਨੂੰ ਸਮਝਣ ਦੀ ਉਹ ਪਰਖ ਪਸ਼ੂ ਦੇ ਕੋਲ ਨਹੀਂ ਹੈ ਜਿਹੜੀ ਮਨੁੱਖ ਦੇ ਕੋਲ ਹੈ। ਪਸ਼ੂਆ ਹਰਿਆਇਓ ਦੇਖਿਓ ਸੁਣਿਓ ਅਣਸੁਣਿਓ ਕਰਿਓ ਮਾਨਸ ਜਨਮ ਉਪਦੇਸ਼ ਹਿਰਦੈ ਟੇਕ ਹੈ। ਪਸ਼ੂ ਨੇ ਕਹਿੰਦੇ ਹਰਾ ਖੇਤ ਵੇਖਿਆ। ਇਹ ਨਹੀਂ ਹੈ ਕਿ ਕਿਸੇ ਜ਼ਿਮੀਂਦਾਰ ਦੀ 6 ਮਹੀਨਿਆਂ ਦੀ ਮਿਹਨਤ ਹੈ, ਉਹਦਾ ਪਰਿਵਾਰ ਉਹਦੇ ਤੋਂ ਪਲਣਾ ਹੈ। ਨਹੀਂ, ਪਸ਼ੂ ਨੇ ਵੇਖਿਆ, ਇੱਕਦਮ ਖੇਤ 'ਚ ਗਿਆ, ਖਾਧਾ ਘੱਟ, ਬਰਬਾਦ ਬਹੁਤਾ ਕਰ ਦਿੱਤਾ। ਪਰ ਮਹਾਰਾਜ ਕਹਿੰਦੇ ਮਨੁੱਖ ਨੂੰ ਪਤਾ ਹੈ, ਸਮਝ ਹੈ, ਪਸ਼ੂ ਨੂੰ ਸਮਝ ਨਹੀਂ ਹੈ। ਪਸ਼ੂ ਹਰੇ ਭਰੇ ਫਲੇ ਫੁਲੇ ਖੇਤ ਨੂੰ ਬਰਬਾਦ ਕਰਨ ਦੇ ਲਈ ਜਾਂਦਾ ਹੈ। ਉਹਦੇ ਮਗਰੋਂ ਆਵਾਜ਼ਾਂ ਵੀ ਮਾਰੀਆਂ ਜਾਂਦੀਆਂ, ਪਸ਼ੂ ਆਵਾਜ਼ ਨਹੀਂ ਸੁਣਦਾ, ਖੇਤ 'ਚ ਜਾ ਕੇ ਬਰਬਾਦ ਕਰ ਹੀ ਦਿੰਦਾ ਹੈ। ਪਰ ਬੰਦਾ ਸੁਣ ਸਕਦਾ, ਸਮਝ ਸਕਦਾ ਹੈ। ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਹੁਣ ਵੇਖੋ ਫਰਕ। ਪਸ਼ੂ ਹਰਿਆ ਖੇਤ ਵੇਂਦਾ ਹੈ, ਬਰਬਾਦੀ ਦੇ ਲਈ ਉਧਰ ਤੁਰ ਪਿਆ। ਕਿਸੇ ਦੀ ਆਵਾਜ਼, ਕਿਸੇ ਦਾ ਬੋਲ ਨਹੀਂ ਸੁਣੇ। ਤੇ ਜੇ ਬੰਦਾ ਵੀ ਕਿਸੇ ਦੇ ਹੱਸਦੇ ਵਸਦੇ ਘਰ ਨੂੰ ਉਜਾੜਨ ਦੇ ਲਈ ਤੁਰ ਪਵੇ, ਉਪਦੇਸ਼ ਦੇਣ ਵਾਲੇ ਆਵਾਜ਼ਾਂ ਮਾਰਦੇ ਰਹਿਣ, ਸਮਝਾਉਣ ਵਾਲੇ ਸਮਝਾਉਂਦੇ ਰਹਿਣ, ਬੰਦਾ ਕਿਸੇ ਦੀ ਨਾ ਸੁਣੇ ਤੇ ਜਾ ਕੇ ਕਿਸੇ ਦੇ ਵਸਦੇ ਰਸਦੇ ਘਰ ਨੂੰ, ਕਿਸੇ ਦੇ ਸ਼ਹਿਰ ਨੂੰ, ਕਿਸੇ ਦੇ ਦੇਸ਼ ਨੂੰ ਉਜਾੜ ਦਵੇ, ਤੇ ਫਿਰ ਬੰਦੇ 'ਚ ਤੇ ਪਸ਼ੂ 'ਚ ਕੀ ਫਰਕ ਰਹਿ ਗਿਆ? ਭਾਈ ਗੁਰਦਾਸ ਸਾਹਿਬ ਕਹਿੰਦੇ ਪਸ਼ੂਆ ਹਰਿਆਇਓ ਦੇਖਿਓ ਸੁਣਿਓ ਅਣਸੁਣਿਓ ਕਰਿਓ ਮਾਨਸ ਜਨਮ ਉਪਦੇਸ਼ ਹਿਰਦੈ ਟੇਕ। ਬੰਦਾ ਉਹ ਹੈ ਜਿਹੜਾ ਚੰਗੀ ਸਿੱਖਿਆ ਨੂੰ ਸਮਝ ਕੇ ਚੰਗੇ ਕੰਮ ਕਰਦਾ ਹੈ। ਤੇ ਜੇ ਉਹ ਕੰਮ ਚੰਗੇ ਨਹੀਂ ਕਰਦਾ, ਬਾਹਰੋਂ ਭਾਵੇਂ ਜਿੰਨਾ ਮਰਜ਼ੀ ਸੋਹਣਾ ਸੁੰਦਰ ਦਿਸੇ, ਗੱਲਾਂ ਜਿੰਨੀਆਂ ਮਰਜ਼ੀ ਮਿੱਠੀਆਂ ਸਿਆਣੀਆਂ ਕਰੇ, ਪਰ ਜੇ ਉਹਦੇ ਅੰਦਰ ਬਿਰਤੀ ਚੰਗੀ ਨਹੀਂ ਹੈ, ਅੰਤਰ ਮਲ ਮਾਇਆ ਹੈ, ਫਿਰ ਉਹਨੂੰ ਪਸ਼ੂ ਤੋਂ ਵੱਧ ਕੇ ਦਰਜਾ ਨਹੀਂ ਦਿੱਤਾ ਜਾ ਸਕਦਾ। ਗੁਰੂ ਕਹਿੰਦੇ ਬਾਹਰ ਭੇਖ ਅੰਤਰ ਮਲ ਮਾਇਆ। ਬੰਦੇ ਦੇ ਅੰਦਰ ਮੈਲ ਹੈ, ਬਾਹਰੋਂ ਸੋਹਣਾ ਭੇਖ ਤੇ ਧਾਰਨ ਕਰਦਾ ਹੈ, ਪਰ ਛਪਸ਼ ਨਾਹੀਂ ਕਛ ਕਰੈ ਛਪਾਇਆ। ਉਹ ਅੰਦਰ ਦੀ ਜਿਹੜੀ ਮੈਲ ਹੈ, ਸੋਹਣੇ ਭੇਖ ਦੇ ਥੱਲੇ ਲੁਕਾ ਕੇ ਵੀ ਲੁਕੀ ਨਹੀਂ ਰਹਿੰਦੀ ਆ। ਕੋਈ ਨਾ ਕੋਈ ਸਮਾਂ ਐਸਾ ਆਉਂਦਾ ਹੈ, ਉਹ ਅੰਦਰ ਜਿਹੜੀ ਕਰੂਰਤਾ ਹੈ, ਉਹ ਅੰਦਰ ਜਿਹੜੀ ਈਰਖਾ ਹੈ, ਅੰਦਰ ਜਿਹੜਾ ਹੰਕਾਰ ਹੈ, ਕ੍ਰੋਧ ਹੈ, ਉਹ ਐਕਟਿਵ ਹੋ ਹੀ ਜਾਂਦਾ ਹੈ। ਤੇ ਜਦੋਂ ਅੰਦਰ ਦੀ ਕਰੂਰਤਾ ਐਕਟਿਵ ਹੁੰਦੀ ਹੈ, ਪ੍ਰਗਟ ਹੁੰਦੀ ਹੈ, ਫਿਰ ਬੰਦਾ ਵੱਡੀ ਤਬਾਹੀ ਦਾ ਕਾਰਨ ਬਣਦਾ ਹੈ। ਅੱਗੇ ਮਹਾਰਾਜ ਕਹਿੰਦੇ ਬਾਹਰ ਗਿਆਨ ਧਿਆਨ ਇਸ਼ਨਾਨ। ਬੰਦਾ ਬਾਹਰੋਂ ਵੇਖਣ ਨੂੰ ਗਿਆਨੀ ਵੀ ਲੱਗਦਾ ਹੈ, ਧਿਆਨੀ ਵੀ ਲੱਗਦਾ ਹੈ,
ਇਸ਼ਨਾਨੀ ਵੀ ਲੱਗਦਾ ਹੈ ਜੀ, ਬੜੇ ਨੇਮ ਵਾਲਾ, ਬੜਾ ਧਰਮੀ ਹੈ, ਬੜਾ ਸਮਝਦਾਰ ਹੈ। ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸੁਵਾਨ। ਸੁਵਾਨ ਦਾ ਮਤਲਬ ਹੈ ਕੁੱਤਾ। ਬਾਹਰੋਂ ਵੇਖਣ ਨੂੰ ਗਿਆਨੀ ਧਿਆਨੀ ਇਸ਼ਨਾਨੀ ਲੱਗਦਾ ਹੈ, ਪਰ ਮਹਾਰਾਜ ਕਹਿੰਦੇ ਅੰਦਰ ਕੀ ਹੈ? ਅੰਤਰ ਵਿਆਪੈ ਲੋਭ ਸੁਵਾਨ। ਅੰਦਰ ਲੋਭ ਰੂਪੀ ਕੁੱਤਾ ਭੌਂਕ ਰਿਹਾ ਹੈ। ਅੰਦਰ ਲੋਭ ਹੈ। ਬਾਹਰ ਦੇ ਗਿਆਨ ਧਿਆਨ ਇਸ਼ਨਾਨ ਕਰਕੇ, ਮਿੱਠੀਆਂ ਗੱਲਾਂ ਕਰਕੇ ਦੂਜਾ ਅੰਦਰ ਦੇ ਲੋਭ ਨੂੰ ਸਮਝ ਨਹੀਂ ਪਾਉਂਦਾ, ਵਿਸ਼ਵਾਸ ਕਰ ਲੈਂਦਾ ਹੈ। ਤੇ ਸਮਾਂ ਆਉਂਦਾ ਹੈ ਜਦੋਂ ਲੋਭੀ ਵਿਸ਼ਵਾਸਘਾਤ ਕਰਦਾ, ਜਿਵੇਂ ਗੰਗੂ ਸੀ, ਮਾਤਾ ਗੁਜਰੀ ਸਾਹਿਬਜ਼ਾਦੇ ਨਾਲ। ਰਸਤੇ 'ਚ ਕਈ ਪ੍ਰਕਾਰ ਦੇ ਆਪਸ਼ਨ ਹੋਰ ਵੀ ਬਣ ਰਹੇ ਸਨ। ਮਾਤਾ ਜੀ ਕਿਸੇ ਹੋਰ ਜਗ੍ਹਾ ਤੇ ਵੀ ਜਾ ਸਕਦੇ ਸਨ, ਪਰ ਗੰਗੂ ਦੀਆਂ ਮਿੱਠੀਆਂ ਪਿਆਰੀਆਂ ਗੱਲਾਂ ਕਰਕੇ ਤੇ ਇੱਕ ਗੁਰੂ ਘਰ ਵਿਖੇ ਬੜਾ ਲੰਬਾ ਸਮਾਂ ਰਿਹਾ ਸੀ, ਇੱਕ ਵਿਸ਼ਵਾਸ ਉਹਦੇ ਤੇ ਕਰਕੇ ਤੇ ਤੁਰ ਪਏ ਕਿ ਕੋਈ ਨਾ ਗੰਗੂ ਦਾ ਘਰ ਸਾਡੇ ਲਈ ਸੇਫ ਟਿਕਾਣਾ, ਬੱਚਿਆਂ ਦੇ ਲਈ ਸੇਫ ਟਿਕਾਣਾ ਹੋਵੇਗਾ, ਉੱਥੇ ਮੈਂ ਆਪਣੇ ਪੋਤਿਆਂ ਨੂੰ ਲੈ ਕੇ ਜਾਂਦੀ ਹਾਂ। ਪਰ ਮਹਾਰਾਜ ਕਹਿੰਦੇ ਬਾਹਰੋਂ ਤਾਂ ਉਹ ਵੇਖਣ ਨੂੰ ਚੰਗਾ ਲੱਗ ਰਿਹਾ ਸੀ, ਗੱਲਾਂ ਵੀ ਇਦਾਂ ਕਰ ਰਿਹਾ ਸੀ ਜਿਵੇਂ ਸਾਹਿਬਜ਼ਾਦਿਆਂ ਦਾ ਬੜਾ ਭਲਾ ਚਾਹੁੰਦਾ ਹੋਵੇ, ਪਰ ਅੰਤਰ ਵਿਆਪੈ ਲੋਭ ਸੁਵਾਨ। ਅੰਦਰ ਤਾਂ ਲੋਭ ਰੂਪੀ ਕੁੱਤਾ ਭੌਂਕ ਰਿਹਾ ਸੀ ਕਿ ਕਦੋਂ ਮੌਕਾ ਮਿਲੇ ਇਹਨਾਂ ਨੂੰ ਹਕੂਮਤ ਦੇ ਹਵਾਲੇ ਕਰਕੇ ਤੇ ਹਕੂਮਤ ਦੇ ਕੋਲੋਂ ਇਨਾਮ ਦੇ ਰੂਪ 'ਚ 4 ਟਕੇ ਹਾਸਲ ਕਰ ਲਵਾਂ। ਇਸੇ ਕਰਕੇ ਗੁਰੂ ਮਹਾਰਾਜ ਜੀ ਦਾ ਇੱਕ ਬਚਨ ਹੈ, ਉਹ ਕਹਿੰਦੇ ਲੋਭੀ ਕਾ ਵਿਸਾਰ ਨਾ ਕੀਚੈ ਜੇਕਾ ਪਾਰ ਵਸਾਏ। ਜਿੱਥੋਂ ਤੱਕ ਹੋ ਸਕੇ ਤੁਹਾਨੂੰ ਪਤਾ ਲੱਗ ਗਿਆ ਨਾ ਇਹ ਬੰਦਾ ਲੋਭੀ ਹੈ, ਤੇ ਲੋਭੀ ਬੰਦਾ ਆਪਣੇ ਲੋਭ ਦੀ ਖਾਤਰ ਕਿਸੇ ਨੂੰ ਮਾਰ ਸਕਦਾ ਹੈ, ਕਿਸੇ ਦੇ ਨਾਲ ਵੀ ਧੋਖਾ ਛਲਾਵਾ ਕਰ ਸਕਦਾ ਹੈ। ਉਹ ਦੂਜਿਆਂ ਦੀ ਤੇ ਗੱਲ ਹੀ ਕੀ ਹੈ, ਲੋਭੀ ਬੰਦਾ ਆਪਣੇ ਪਰਿਵਾਰ ਤੱਕ ਨੂੰ ਵੀ ਧੋਖਾ ਦੇ ਸਕਦਾ ਹੈ। ਮਹਾਰਾਜ ਇਸੇ ਕਰਕੇ ਕਹਿੰਦੇ ਲੋਭੀ ਜੰਤ ਨਾ ਜਾਣਈ, ਭਖ ਅਭਖ ਸਭ ਖਾਏ। ਲੋਭੀ ਨਹੀਂ ਵਹਿੰਦਾ ਹੈ ਕਿ ਕੀ ਚੰਗਾ ਕੀ ਮਾੜਾ, ਉਹ ਬਸ ਆਪਣੇ ਲੋਭ ਕਰਕੇ ਧੋਖਾ ਕਰ ਹੀ ਦਿੰਦਾ। ਤੇ ਮਹਾਰਾਜ ਕਹਿੰਦੇ ਲੋਭੀ ਕਾ ਵਿਸਾਰ ਨਾ ਕੀਚੈ ਜੇਕਾ ਪਾਰ ਵਸਾਏ। ਜਿੱਥੋਂ ਤੱਕ ਵੀ ਹੋ ਸਕੇ ਲੋਭੀ ਦਾ ਵਿਸ਼ਵਾਸ ਭਰੋਸਾ ਨਾ ਕਰੋ, ਉਹਦੇ ਬਾਹਰ ਦੇ ਭੇਖ ਤੇ ਨਾ ਜਾਵੋ, ਉਹਦੇ ਅੰਦਰ ਦੇ ਲੋਭ ਨੂੰ ਵੇਖ ਕੇ ਉਹਦੇ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ। ਹੇ ਲੋਭਾ ਲੰਪਟ ਸੰਗ ਸਿਰ ਮੋਰੇ, ਅਨਕ ਲਹਿਰੀ ਕਲੋਲ ਤੇ ਤਾਵੰਤ ਜੀਆ। ਮਹਾਰਾਜ ਕਹਿੰਦੇ ਲੋਭ 'ਚ ਫਸਿਆ ਹੋਇਆ ਬੰਦਾ ਫਿਰ ਲੋਭ ਦੀ ਖਾਤਰ ਭਟਕਦਾ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਬਾਹਰੋਂ ਇਹ ਗਿਆਨੀ ਧਿਆਨੀ ਇਸ਼ਨਾਨੀ ਲੱਗਦਾ ਹੈ, ਅੰਤਰ ਵਿਆਪੈ ਲੋਭ ਸੁਵਾਨ। ਅੰਦਰ ਲੋਭ ਰੂਪੀ ਕੁੱਤਾ ਭੌਂਕ ਰਿਹਾ ਹੈ। ਅੰਤਰ ਅਗਨ ਬਾਹਰ ਤਨ ਸੁਆ। ਅੰਦਰ ਵਿਸ਼ਿਆਂ ਵਿਕਾਰਾਂ ਦੀ ਅੱਗ ਹੈ, ਉਸ ਅੱਗ ਨੇ ਬਾਹਰੋਂ ਵੀ ਇਹਨੂੰ ਸੁਆਹ ਕੀਤਾ ਹੋਇਆ, ਸਾੜਿਆ ਪਿਆ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਇੱਕ ਫਕੀਰ ਆਇਆ, ਬਹੁਤ ਘੱਟ ਕੱਪੜੇ ਉਹਨੇ ਆਪਣੇ ਸਰੀਰ ਤੇ ਪਹਿਨੇ ਸਨ ਤੇ ਪਿੰਡੇ ਤੇ ਸੁਆਹ ਮਲੀ ਸੀ। ਨਾਮ ਸੀ ਸ਼ਾਂਤੀ ਪ੍ਰਸਾਦ। ਜਦੋਂ ਆ ਕੇ ਸਤਿਗੁਰਾਂ ਦੇ ਕੋਲ ਬੈਠਾ ਤੇ ਗੁਰੂ ਮਹਾਰਾਜ ਜੀ ਦਾ ਇੱਕ ਸਿੱਖ ਸੀ ਭਾਈ ਸੁਥਰਾ, ਇਹਦੇ ਦੰਦ ਵਿੰਗੇ ਟੇਢੇ ਸਨ ਤੇ ਥੋੜਾ ਬੁੱਲ ਵੀ ਕੱਟਿਆ ਹੋਇਆ ਸੀ। ਤੇ ਜਦੋਂ ਇਹ ਪੈਦਾ ਹੋਇਆ ਸੀ ਤੇ ਇਹ ਬੱਚੇ ਦੇ ਘਰ ਵਾਲਿਆਂ ਨੇ ਇਹਨੂੰ ਜੰਗਲ 'ਚ ਝਾੜੀਆਂ 'ਚ ਸੁੱਟ ਦਿੱਤਾ ਸੀ। ਇਹ ਕੁਥਰਾ ਹੈ। ਗੁਰੂ ਮਹਾਰਾਜ ਜਦੋਂ ਕਸ਼ਮੀਰ ਨੂੰ ਗਏ ਤੇ ਉੱਥੇ ਇੱਕ ਜਗ੍ਹਾ ਤੇ ਲੰਘਦੇ ਪਏ ਸਨ, ਬੱਚੇ ਰੋਂਦੇ ਦੀ ਆਵਾਜ਼ ਸੁਣਾਈ ਦਿੱਤੀ। ਮਹਾਰਾਜ ਨੇ ਸਿੱਖਾਂ ਨੂੰ ਕਿਹਾ, ਵੇਖੋ ਇੱਥੇ ਬੱਚਾ ਕਿੱਥੇ ਰੋ ਰਿਹਾ। ਸਿੱਖਾਂ ਨੇ ਅੱਗੇ ਹੋ ਕੇ ਵੇਖਿਆ, ਝਾੜੀਆਂ 'ਚ ਬੱਚਾ ਸੁੱਟਿਆ ਪਿਆ ਸੀ। ਉਹ ਮੂੰਹ ਸ਼ਕਲ ਕੁਝ ਇਦਾਂ ਦੀ ਸੀ। ਚੁੱਕ ਕੇ ਸਤਿਗੁਰਾਂ ਦੇ ਕੋਲ ਲਿਆਏ। ਮਹਾਰਾਜ ਨੂੰ ਕਹਿਣ ਲੱਗੇ, ਲੱਗਦਾ ਘਰ ਵਾਲਿਆਂ ਨੇ ਸੁੱਟ ਦਿੱਤਾ, ਇਹਦਾ ਚਿਹਰਾ ਇਦਾਂ ਦਾ ਹੈ, ਹੋ ਸਕਦਾ ਕੁਥਰਾ ਹੋਣ ਕਰਕੇ ਸੁੱਟ ਦਿੱਤਾ ਹੋਵੇ ਬੇਟੰਗਾ। ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਪਰਉਪਕਾਰੀ ਸਤਿਗੁਰੂ ਤਰਸ ਦੇ ਘਰ 'ਚ ਆ ਕੇ ਕਹਿਣ ਲੱਗੇ, ਇਹ ਕੁਥਰਾ ਨਹੀਂ ਹੈ, ਇਹ ਸਾਡਾ ਸੁਥਰਾ ਹੈ। ਉਹਨੂੰ ਫਿਰ ਮਹਾਰਾਜ ਨੇ ਆਪਣੇ ਕੋਲ ਰੱਖਿਆ ਤੇ ਪਾਲਿਆ। ਤੇ ਬੜੀਆਂ ਭਾਈ ਸੁਥਰੇ ਦੀਆਂ ਸਾਖੀਆਂ ਇਤਿਹਾਸ 'ਚ ਆਉਂਦੀਆਂ ਨੇ। ਬੜੇ ਮਜ਼ਾਕੀਏ ਸੁਭਾਅ ਵਾਲਾ ਸੀ, ਹਸਮੁਖ ਸੁਭਾਅ ਵਾਲਾ ਸੀ। ਹੱਸਦਿਆਂ ਹੱਸਦਿਆਂ ਹੀ ਉਹਨਾਂ ਬੜੀ ਰਮਜ ਭਰੀ ਗੱਲ ਸਮਝਾ ਜਾਣੀ।
ਉਹ ਕੀ ਹੋਇਆ, ਫਕੀਰ ਆਇਆ ਸਰੀਰ ਤੇ ਉਹਨੇ ਸਵਾਹ ਮਲੀ, ਨਾਮ ਪੁੱਛਿਆ। ਮਹਾਰਾਜ ਨੇ ਕਹਿਣ ਲੱਗਾ ਜੀ ਸ਼ਾਂਤੀ ਪ੍ਰਸਾਦ। ਸਤਿਗੁਰਾਂ ਦੇ ਨਾਲ ਉਹ ਗੱਲਾਂ ਕਰ ਰਿਹਾ ਸੀ ਫਕੀਰ, ਤੇ ਭਾਈ ਸੁਥਰੇ ਨੇ ਕੀ ਕੀਤਾ, ਉਹਦੇ ਮੋਢੇ ਤੋਂ ਜਿਹੜੀ ਸਵਾਹ ਮਲੀ ਥੋੜੀ ਚੁਟਕੀ ਭਰੀ। ਕਹਿਣ ਲੱਗਾ ਮਹਾਤਮਾ ਜੀ ਇਹ ਸਵਾਹ ਕਿਹਦੀ ਹੈ ਜਿਹੜੀ ਤੁਸੀਂ ਆਪਣੇ ਸਰੀਰ ਤੇ ਮਲੀ ਹੈ? ਮਹਾਤਮਾ ਨੂੰ ਥੋੜਾ ਬੁਰਾ ਲੱਗਿਆ, ਪਰ ਉਹਨੇ ਦੱਸ ਦਿੱਤਾ ਇਹ ਗਾਂ ਦੇ ਗੋਬਰ ਦੀ ਸਵਾਹ ਹੈ। ਠੀਕ, ਉਹ ਫਿਰ ਸਤਿਗੁਰਾਂ ਦੇ ਨਾਲ ਗੱਲਾਂ ਕਰਨ ਲੱਗ ਪਿਆ। ਇਹਨੇ ਥੋੜੀ ਕੁ ਦੇਰ ਬਾਅਦ ਭਾਈ ਸੁਥਰੇ ਨੇ ਫਿਰ ਉਹ ਮੋਢੇ ਤੋਂ ਸਵਾਹ ਦੀ ਚੁਟਕੀ ਭਰ ਕੇ ਕਿਹਾ, ਕਿਹੜੀ ਗਾਂ ਦੀ ਹੈ? ਗਾਂ ਕਿਹੜੀ ਨਸਲ ਦੀ ਸੀ ਜਿਹੜੀ ਗਾਂ ਦੇ ਗੋਬਰ ਦੀ ਸਵਾਹ ਹੈ? ਉਹਨੇ ਫੇਰ ਦੱਸ ਦਿੱਤਾ। ਮਨ 'ਚ ਖਿਜ ਜਿਹੀ ਚੜ ਗਈ, ਪਰ ਚੁੱਪ ਰਿਹਾ। ਤੀਜੀ ਵਾਰੀ ਭਾਈ ਸੁਥਰੇ ਨੇ ਫੇਰ ਮੌਕਾ ਪਾ ਕੇ ਤੇ ਉਹਦੇ ਮੋਢੇ ਤੋਂ ਥੋੜੀ ਕੁ ਸਵਾਹ ਦੀ ਚੁਟਕੀ ਜਦੋਂ ਭਰੀ ਤੇ ਇੱਕਦਮ ਅੱਗ ਬਬੋਲਾ ਹੋ ਗਿਆ ਉਹ ਮਹਾਤਮਾ। ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿਣ ਲੱਗਾ, ਆ ਕਿੱਦਾਂ ਦੇ ਗਵਾਰ ਸਿੱਖ ਤੁਸੀਂ ਪਾਲੇ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਮਹਾਤਮਾਵਾਂ ਦੀ ਇੱਜ਼ਤ ਕਿੱਦਾਂ ਕਰੀਦੀ ਹੈ। ਮਹਾਰਾਜ ਭਾਈ ਸੁਥਰੇ ਨੂੰ ਕਹਿਣ ਲੱਗੇ, ਸੁਥਰਿਆ ਕਿਉਂ ਇਸ ਮਹਾਤਮਾ ਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ? ਤੇ ਭਾਈ ਸੁਥਰਾ ਕਹਿਣ ਲੱਗੇ, ਮਹਾਰਾਜ ਮੈਂ ਤੰਗ ਨਹੀਂ ਕਰ ਰਿਹਾ, ਇੱਕ ਤਾਂ ਮੈਂ ਵੇਖਣਾ ਚਾਹੁੰਦਾ ਸੀ ਸਵਾਹ ਕਿਸ ਚੀਜ਼ ਦੀ ਹੈ, ਤੇ ਦੂਜੇ ਨੰਬਰ ਤੇ ਮੈਂ ਇਹ ਵੇਖਣਾ ਚਾਹੁੰਦਾ ਸੀ ਕਿ ਨਾ ਤੇ ਸ਼ਾਂਤੀ ਪ੍ਰਸਾਦ ਹੈ ਪਰ ਅੰਦਰ ਸ਼ਾਂਤੀ ਕਿੰਨੀ ਕੁ ਹੈ। ਹੁਣ ਮੈਨੂੰ ਦੋਵੇਂ ਹੀ ਗੱਲਾਂ ਪਤਾ ਲੱਗ ਗਈਆਂ ਨੇ। ਮਹਾਰਾਜ ਬਸ ਨਾ ਹੀ ਸ਼ਾਂਤੀ ਪ੍ਰਸਾਦ ਹੈ, ਅੰਦਰ ਤੇ ਅੱਗ ਦੇ ਭਾਂਬੜ ਮੱਚਦੇ ਪਏ ਹਨ, ਤੇ ਜਿਹੜੀ ਅੰਦਰ ਕ੍ਰੋਧ ਦੀ ਅੱਗ ਬਲਦੀ ਪਈ ਹੈ ਉਸੇ ਅੱਗ ਦੀ ਸਵਾਈ ਬਾਹਰ ਪਿੰਡੇ ਤੇ ਹੈ, ਹੋਰ ਵੱਧ ਕੇ ਕੁਝ ਨਹੀਂ ਹੈ। ਮਹਾਰਾਜ ਕਹਿੰਦੇ ਅੰਤਰ ਅਗਨ ਬਾਹਰ ਤਨ ਸਵਾ, ਬੰਦੇ ਦੇ ਅੰਦਰ ਵਿਸ਼ਿਆਂ ਵਿਕਾਰਾਂ ਦੀ ਅੱਗ ਬਲੀ ਪਈ ਹੈ, ਤੇ ਉਸ ਅੱਗ ਦੀ ਸਵਾਈ ਬੰਦੇ ਦੇ ਮਾੜੇ ਕਰਮਾਂ ਦੇ ਰੂਪ ਦੇ ਵਿੱਚ ਬਾਹਰ ਜ਼ਾਹਰ ਹੁੰਦੀ ਹੈ। ਗਲ ਪਾਥਰ ਕੈਸੇ ਤਰੇ ਅਥਾ, ਸਤਿਗੁਰੂ ਕਹਿੰਦੇ ਤੂੰ ਬਾਹਰੋਂ ਭੇਖ ਧਾਰਨ ਕਰ ਲੈ ਜਿੰਨੇ ਮਰਜੀ, ਤੂੰ ਸਰੀਰਾਂ ਤੇ ਸਵਾਹ ਵੀ ਜਿੰਨੀ ਮਰਜੀ ਮਲ ਲੈ, ਪਰ ਚੇਤੇ ਰੱਖੀ ਜੇ ਤੇਰੇ ਅੰਦਰ ਵਿਸ਼ੇ ਵਿਕਾਰਾਂ ਦੇ ਪੱਥਰ ਭਰੇ ਪਏ ਹਨ ਤੇ ਤੂੰ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਲੰਘ ਸਕਦਾ। ਜਿਵੇਂ ਕੋਈ ਬੰਦਾ ਆਪਣੇ ਪਿੰਡੇ ਤੇ ਸਰੀਰ ਤੇ ਪੱਥਰ ਬੰਨ੍ਹ ਕੇ ਕਵੇ ਮੈਂ ਨਦੀ ਨੂੰ ਪਾਰ ਕਰ ਲਵਾਂ, ਮਹਾਰਾਜ ਕਹਿੰਦੇ ਗਲ ਪਾਥਰ ਕੈਸੇ ਤਰੇ ਥਾ, ਪੱਥਰ ਨੇ ਡੁਬੋਣਾ ਹੀ ਹੈ, ਪੱਥਰ ਨੇ ਪਾਰ ਕੋਈ ਨਹੀਂ ਲੰਘਾਣਾ ਹੈ। ਇਸੇ ਤਰ੍ਹਾਂ ਵਿਸ਼ਿਆਂ ਵਿਕਾਰਾਂ ਨੇ ਡੁਬੋਣਾ ਹੀ ਹੈ, ਸਾੜਨਾ ਹੀ ਹੈ, ਉਹਨਾਂ ਨੇ ਬਚਾਉਣਾ ਨਹੀਂ ਹੈ, ਪਾਰ ਨਹੀਂ ਲੰਘਾਉਣਾ ਹੈ। ਜਾਂ ਕੈ ਅੰਤਰ ਬਸੈ ਪ੍ਰਭ ਆਪ, ਇਥੋਂ ਤੱਕ ਸਤਿਗੁਰੂ ਨੇ ਗੱਲ ਕੀਤੀ ਕਿ ਜੇ ਕਰਤੂਤ ਪਸ਼ੂਆਂ ਵਾਲੀ ਹੈ, ਜੇ ਅੰਤਰ ਲੋਭ ਸਵਾਨ ਹੈ, ਜੇ ਅੰਦਰ ਵਿਸ਼ਿਆਂ ਵਿਕਾਰਾਂ ਦੀ ਅੱਗ ਹੈ, ਫਿਰ ਤੇ ਬੰਦਾ ਡੁੱਬਦਾ ਹੀ ਡੁੱਬਦਾ ਹੈ। ਪਰ ਜੇ ਕਿਧਰੇ ਅੰਦਰ ਵਾਹਿਗੁਰੂ ਦੀ ਯਾਦ, ਪ੍ਰਮਾਤਮਾ ਦਾ ਨਾਮ, ਅਕਾਲ ਪੁਰਖ ਦੀ ਕੀਰਤੀ ਹੈ, ਰੱਬ ਆਪ ਵਸ ਰਿਹਾ ਹੈ ਜਿਸ ਮਨੁੱਖ ਦੇ ਗੁਰਮੁਖ ਦੇ ਹਿਰਦੇ 'ਚ। ਜਾਂ ਕੈ ਅੰਤਰ ਬਸੈ ਪ੍ਰਭ ਆਪ, ਨਾਨਕ ਤੇ ਜਨ ਸਹਿਜ ਸਮਾਤ, ਉਹ ਸੇਵਕ ਫਿਰ ਸਹਿਜ ਹੀ ਰੱਬ 'ਚ ਹੀ ਸਮਾ ਜਾਂਦਾ, ਉਹ ਆਪਣੇ ਜੀਵਨ ਨੂੰ ਸਫਲ ਬਣਾ ਕੇ ਸੰਸਾਰ ਤੋਂ ਜਾਂਦਾ, ਜਿਹਦੇ ਅੰਦਰ ਇਬਾਦਤ ਬੰਦਗੀ ਭਗਤੀ ਹੈ। ਅੱਗੇ ਮਹਾਰਾਜ ਕਹਿੰਦੇ ਸੁਣ ਅੰਧਾ ਕੈਸੇ ਮਾਰਗ ਪਾਵੈ, ਇੱਕ ਅੰਨਾ ਵਿਅਕਤੀ ਹੈ, ਨੇਤਰਹੀਣ ਹੈ, ਉਹਨੂੰ ਕੇਵਲ ਬੋਲ ਕੇ ਹੀ ਦਸੀਏ ਤੇ ਉਹ ਮੰਜ਼ਿਲ ਤੱਕ ਪਹੁੰਚ ਨਹੀਂ ਸਕਦਾ ਹੈ, ਅੰਨਾ ਵਿਅਕਤੀ। ਹਾਲਾਂਕਿ ਬਾਣੀ ਨੇ ਵੇਖੋ ਦੋ ਪ੍ਰਕਾਰ ਦੇ ਅੰਨਿਆਂ ਦੀ ਗੱਲ ਕੀਤੀ ਹੈ। ਇੱਕ ਤਾਂ ਠੀਕ ਹੈ ਜਿਨ੍ਹਾਂ ਦੇ ਅੱਖਾਂ ਨਹੀਂ ਹਨ, ਨੇਤਰਹੀਣ ਹਨ। ਗੁਰਮਤਿ ਨੇ ਸਾਡੇ ਸਿੱਖੀ ਖਾਲਸਾਈ ਬੋਲਿਆਂ 'ਚ, ਸ਼ਬਦਾਵਲੀ 'ਚ ਉਹਨਾਂ ਨੂੰ ਸੂਰਮੇ ਸਿੰਘ ਕਿਹਾ ਜਾਂਦਾ ਹੈ, ਜਿਨ੍ਹਾਂ ਨੂੰ ਅੱਖਾਂ ਤੋਂ ਨਹੀਂ ਦਿਸਦਾ ਹੈ। ਪਰ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਇੱਕ ਸ਼ਬਦ ਹੈ, ਉਹ ਕਹਿੰਦੇ ਅੰਨੇ ਉਹ ਨਹੀਂ ਹਨ ਜਿਨ੍ਹਾਂ ਨੂੰ ਅੱਖਾਂ ਤੋਂ ਨਹੀਂ ਦਿਸਦਾ ਹੈ, ਅੰਨੇ ਤੇ ਉਹ ਹਨ ਜਿਹੜੇ ਅੱਖਾਂ ਹੋਣ ਦੇ ਬਾਵਜੂਦ ਵੀ ਸਚਾਈ ਨੂੰ ਵੇਖ ਨਹੀਂ ਪਾਉਂਦੇ ਹਨ, ਜਿਹੜੇ ਰੱਬ ਤੋਂ ਟੁੱਟੇ, ਪ੍ਰਮਾਤਮਾ ਤੋਂ ਟੁੱਟੇ ਹਨ। ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਸ਼ਬਦ ਹੈ, ਕਹਿੰਦੇ ਅੰਧੇ ਕੈ ਰਾਹ ਦੱਸਿਆ, ਅੰਧਾ ਹੋਏ ਸੋ ਜਾਏ, ਹੋਏ ਸੁਜਾਖਾ ਨਾਨਕਾ ਸੋ ਕਿਉ ਉਜੜ ਪਾਏ। ਅੰਧੇ ਇਹ ਨਾ ਆਖੀਐ ਜਿਨ ਮੁਖ ਲੋਇਣ ਨਾਹੇ,
ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਅੰਧੇ ਇਹ ਨਾ ਆਖੀਐ, ਉਹਨਾਂ ਨੂੰ ਅੰਨੇ ਨਹੀਂ ਕਿਹਾ ਜਾ ਸਕਦਾ। ਜਿਨ ਮੁਖ ਲੋਇਣ ਨਾਏ, ਜਿਨ੍ਹਾਂ ਦੇ ਮੁਖ ਤੇ ਚਿਹਰੇ ਤੇ ਅੱਖਾਂ ਨਹੀਂ ਹਨ। ਬਲਕਿ ਅੰਧੇ ਸੇਈ ਨਾਨਕਾ ਜੇ ਖਸਮੋਂ ਘੁੱਥੇ ਜਾਏ। ਕਹਿੰਦੇ ਅਸਲ 'ਚ ਅੰਨੇ ਤੇ ਉਹ ਹਨ ਜਿਹੜੇ ਰੱਬ ਤੋਂ ਟੁੱਟੇ, ਜਿਹੜੇ ਸੱਚ ਤੋਂ ਟੁੱਟੇ, ਜਿਹੜੇ ਧਰਮ ਤੋਂ ਟੁੱਟੇ ਹਨ। ਖੈਰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸੁਣ ਅੰਧਾ ਕੈਸੇ ਮਾਰਗ ਪਾਵੈ, ਕਰ ਗੈ ਲਿਹੋ ਓੜ ਨਿਭਾਵੈ। ਉਹਨੂੰ ਤੇ ਫਿਰ ਬਾਂਹ ਤੋਂ ਫੜ ਕੇ ਮੰਜ਼ਿਲ ਤੱਕ ਛੱਡ ਕੇ ਆਉਣਾ ਪੈਂਦਾ, ਉਹ ਤਾਂ ਮੰਜ਼ਿਲ ਤੱਕ ਪਹੁੰਚ ਸਕਦਾ ਹੈ। ਕੇਵਲ ਇਦਾਂ ਹੀ ਦੱਸ ਦਈਏ ਤੇ ਉਹਦੇ ਲਈ ਮੰਜ਼ਿਲ ਤੱਕ ਪਹੁੰਚਣਾ ਬੜਾ ਔਖਾ ਹੈ, ਜਿਹਨੂੰ ਅੱਖਾਂ ਤੋਂ ਦਿਸਦਾ ਨਹੀਂ ਹੈ। ਕਹਾਂ ਬੁਝਾਰਤ ਬੂਝੈ ਡੋਰਾ, ਬੋਲਾ ਵਿਅਕਤੀ ਹੈ, ਉਹਦੇ ਸਾਹਮਣੇ ਕੋਈ ਬੁਝਾਰਤ ਪਾਵਾਂਗੇ ਤੇ ਮਹਾਰਾਜ ਕਹਿੰਦੇ ਬੁਝਾਰਤ ਉਹਨੇ ਕਿੱਥੋਂ ਸਮਝਣੀ ਹੈ, ਜਿਹੜਾ ਹੈ ਹੀ ਬੋਲਾ ਹੈ। ਨਿਸ ਕਹੀ ਹੈ ਤੋ ਸਮਝੈ ਭੋਰਾ, ਉਹਨੂੰ ਤੇ ਕਵਾਂਗੇ ਕੁਝ ਹੋਰ ਤੇ ਉਹਨੇ ਸਮਝ ਕੁਝ ਹੋਰ ਲੈਣਾ ਹੈ, ਕਿਉਂਕਿ ਸੁਣਨ ਦੀ ਸਮਰੱਥਾ ਨਹੀਂ ਹੈ ਬੋਲੇ ਵਿਅਕਤੀ ਦੇ ਅੰਦਰ। ਅੱਗੇ ਗੁਰੂ ਕਹਿੰਦੇ ਕਹਾਂ ਵਿਸ਼ਨ ਪਦ ਗਾਵੈ ਗੂੰਗ, ਜਿਹੜਾ ਗੂੰਗਾ ਵਿਅਕਤੀ ਹੈ ਉਹਨੂੰ ਕਿਹਾ ਜਾਵੇ ਕਿ ਵਿਸ਼ਨੂੰ ਜੀ ਦੇ ਉਚਾਰਨ ਕੀਤੇ ਹੋਏ ਪਦਿਆਂ ਨੂੰ ਗਾ ਕੇ ਸੁਣਾਵੋ, ਕੋਈ ਸੋਹਣੇ ਗੀਤ ਤਰਾਨੇ ਗਾ ਕੇ ਸੁਣਾਵੋ। ਤੇ ਜਿਹਦੇ ਕੋਲ ਜ਼ੁਬਾਨ ਹੀ ਨਹੀਂ ਹੈ ਬੋਲਣ ਦੀ, ਵਾਹਿਗੁਰੂ ਦਾ ਸ਼ੁਕਰ ਕਰਿਆ ਕਰੀਏ। ਪਿੱਛੇ ਵੀ ਆਪਾਂ ਸਤਿਗੁਰਾਂ ਦੇ ਇਹ ਬਚਨ ਪੜ੍ਹੇ ਤੇ ਵਿਚਾਰੇ ਹਨ ਕਿ ਮਾਲਕ ਨੇ ਮਿਹਰ ਕਰਕੇ ਸਾਨੂੰ ਵੇਖਣ ਦੇ ਲਈ ਅੱਖਾਂ, ਬੋਲਣ ਦੇ ਲਈ ਜ਼ੁਬਾਨ, ਸੁਣਨ ਦੇ ਲਈ ਕੰਨ, ਕਰਮ ਕਰਨ ਦੇ ਲਈ ਹੱਥ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣ ਦੇ ਲਈ ਪੈਰ ਦਿੱਤੇ ਹਨ। ਜਿਨ ਜਿਹਬਾ ਦਿੱਤੀ ਬੋਲੇ ਤਾਤ, ਮਹਾਰਾਜ ਕਹਿੰਦੇ ਉਹਦਾ ਸ਼ੁਕਰ ਕਰ ਜਿਨੇ ਤੈਨੂੰ ਜ਼ੁਬਾਨ ਦਿੱਤੀ ਤੇ ਤੂੰ ਜ਼ੁਬਾਨ ਦੇ ਰਾਹੀਂ ਤਰ੍ਹਾਂ ਤਰ੍ਹਾਂ ਦੇ ਬੋਲ ਬੋਲਦਾ ਹੈ। ਜਿਨ੍ਹਾਂ ਦੇ ਕੋਲ ਜ਼ੁਬਾਨ ਨਹੀਂ ਹੈ, ਰਸਨਾ ਨਹੀਂ ਹੈ ਬੋਲਣ ਦੇ ਲਈ, ਸਮਰੱਥਾ ਨਹੀਂ ਹੈ ਬੋਲਣ ਦੀ, ਉਹਨੂੰ ਕਹੀਏ ਕੁਝ ਗਾ ਕੇ ਸੁਣਾ ਤੇ ਉਹ ਕਿੱਥੋਂ ਗਾ ਕੇ ਸੁਣਾਵੇਗਾ। ਜਤਨ ਕਰੈ ਤੋਪੀ ਸੁਰ ਭੰਗ, ਜਿਹਦੇ ਕੋਲ ਜ਼ੁਬਾਨ ਹੀ ਨਹੀਂ ਹੈ ਉਹ ਗਾਉਣ ਦਾ ਯਤਨ ਵੀ ਕਰੇ ਤੇ ਤਾਂ ਵੀ ਕਿਸੇ ਸੁਰ ਤੇ ਕਿਸੇ ਤਾਲ ਤੇ ਗਾ ਨਹੀਂ ਸਕਦਾ ਹੈ, ਕਿਉਂਕਿ ਗਾਉਣ ਵਾਲੀ ਜ਼ੁਬਾਨ, ਬੋਲਣ ਵਾਲੀ ਜ਼ੁਬਾਨ ਹੀ ਨਹੀਂ ਹੈ। ਅੱਗੇ ਗੁਰੂ ਕਹਿੰਦੇ ਕਹਿ ਪਿੰਗਲ ਪਰਬਤ ਪਰ ਭਵਨ, ਕੋਈ ਬੰਦਾ ਪਿੰਗਲਾ ਹੋਵੇ, ਜਿਹਦੀਆਂ ਲੱਤਾਂ ਕੰਮ ਨਹੀਂ ਕਰ ਸਕਦੀਆਂ ਹਨ, ਚੱਲ ਨਹੀਂ ਸਕਦਾ ਹੈ, ਉਹਨੂੰ ਕਿਹਾ ਜਾਵੇ ਕਿ ਉਹ ਉੱਚੀ ਪਹਾੜੀ ਦੀ ਚੋਟੀ ਤੇ ਤੁਰ ਕੇ ਪਹੁੰਚਣਾ ਹੈ। ਉਹ ਕਿੱਦਾਂ ਪਹੁੰਚ ਸਕਦਾ ਹੈ, ਕਿਉਂਕਿ ਤੁਰਨ ਦੇ ਲਈ ਤੇ ਲੱਤਾਂ ਹੀ ਨਹੀਂ ਹਨ, ਸਮਰੱਥਾ ਨਹੀਂ ਹੈ ਉਹਦੇ ਅੰਦਰ। ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋਤ ਊਹਾਂ ਉਸ ਗਵਨ। ਮਹਾਰਾਜ ਕਹਿੰਦੇ ਉਹ ਉਥੋਂ ਤੱਕ ਪਹੁੰਚ ਨਹੀਂ ਸਕਦਾ ਕਿਸੇ ਪਹਾੜ ਦੀ ਚੋਟੀ ਤੱਕ ਜਿਹਦੀਆਂ ਲੱਤਾਂ 'ਚ ਪੈਰਾਂ 'ਚ ਚੱਲਣ ਦੀ ਸਮਰੱਥਾ ਨਹੀਂ ਹੈ। ਪਰ ਅਖੀਰ 'ਚ ਮਹਾਰਾਜ ਕਹਿੰਦੇ ਹੁਣ ਵੇਖੋ, ਬਾਹਰ ਦਾ ਅੰਨਾ ਵਿਅਕਤੀ ਤੇ ਵੇਖ ਨਹੀਂ ਸਕਦਾ, ਬੋਲਾ ਵਿਅਕਤੀ ਤੇ ਸੁਣ ਨਹੀਂ ਸਕਦਾ, ਔਰ ਗੂੰਗਾ ਬੋਲ ਨਹੀਂ ਸਕਦਾ ਹੈ, ਲੱਤਾਂ ਤੋਂ ਜਿਹੜਾ ਲੂਲਾ ਹੈ, ਪਿੰਗਲਾ ਹੈ, ਉਹ ਚੱਲ ਨਹੀਂ ਸਕਦਾ ਹੈ। ਪਰ ਜੇ ਕੋਈ ਮਨ ਕਰਕੇ ਅੰਨਾ, ਮਨ ਕਰਕੇ ਬੋਲਾ, ਮਨ ਕਰਕੇ ਲੂਲਾ, ਲੰਗੜਾ ਹੋਇਆ ਪਿਆ ਹੈ, ਸੱਚ ਵੇਂਦਾ ਹੀ ਨਹੀਂ ਹੈ, ਸੱਚ ਸੁਣਦਾ ਹੀ ਨਹੀਂ ਹੈ, ਸੱਚ ਬੋਲਦਾ ਹੀ ਨਹੀਂ ਹੈ, ਤੇ ਕਿਧਰੇ ਉਹ ਵਾਹਿਗੁਰੂ ਦੀ, ਗੁਰੂ ਦੀ ਸ਼ਰਨ 'ਚ ਆ ਜਾਏ, ਜਿਹਦੀ ਆਤਮਾ, ਜਿਹਦੀ ਜ਼ਮੀਰ ਮਰੀ ਪਈ ਹੈ। ਤੇ ਗੁਰੂ ਦੀਆਂ ਬੜੀਆਂ ਬਖਸ਼ਿਸ਼ਾਂ ਨੇ, ਗੁਰੂ ਮਰੀ ਜ਼ਮੀਰ ਵਾਲਿਆਂ ਦੀਆਂ ਰਹਿਮਤ ਕਰਕੇ ਜ਼ਮੀਰਾਂ ਜਗਾਉਣ ਦੀ ਸਮਰੱਥਾ ਰੱਖਦੇ ਹਨ। ਇੱਕ ਬਚਨ ਆਪਾਂ ਪੜ੍ਹਦੇ ਹਾਂ, ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ, ਅੰਦਲੇ ਤ੍ਰਿਭਵਨ ਸੂਝਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ। ਮਹਾਰਾਜ ਕਹਿੰਦੇ ਜੇ ਉਸ ਵਾਹਿਗੁਰੂ ਦੀ ਰਹਿਮਤ ਹੋ ਜਾਏ ਨਾ ਤੇ ਉਹ ਪਿੰਗਲੇ ਨੂੰ ਵੀ ਇੰਨੀ ਸਮਰੱਥਾ ਗੁਰੂ ਦਾਤਾ ਵਾਹਿਗੁਰੂ ਬਖਸ਼ ਸਕਦਾ ਹੈ, ਉੱਚੀਆਂ ਪਹਾੜੀਆਂ ਤੱਕ ਪਹੁੰਚ ਸਕਦਾ ਹੈ। ਉਹ ਖਲ ਚਤਰ ਬਕੀਤਾ, ਜੇ ਦਾਤਾ ਰਹਿਮਤ ਕਰੇ ਇੱਕ ਮੂਰਖ ਨੂੰ ਵੀ ਸੋਹਣਾ ਸਿਆਣਾ ਵਕਤਾ ਬਣਾ ਸਕਦਾ ਹੈ। ਆ ਗੁਰੂ ਹਰਕ੍ਰਿਸ਼ਨ ਸਾਹਿਬ ਜਦੋਂ ਪੰਜੋਖੜੇ ਪਹੁੰਚੇ ਸਨ ਤੇ ਪੰਡਤ ਲਾਲ ਚੰਦ ਨੇ ਹੰਕਾਰ ਦੇ ਨਾਲ ਕਹਿ ਦਿੱਤਾ ਕਿ ਨਾ ਤੇ ਸ਼੍ਰੀ ਹਰਕ੍ਰਿਸ਼ਨ ਰਖਾਇਆ ਹੈ, ਕਿ ਕ੍ਰਿਸ਼ਨ ਜੀ ਵੱਲੋਂ ਉਚਾਰਨ ਕੀਤੀ ਹੋਈ ਗੀਤਾ ਵੀ ਇਹਨਾਂ ਨੂੰ ਆਉਂਦੀ ਹੈ ਕਿ ਨਹੀਂ ਆਉਂਦੀ।
ਤੇ ਗੁਰੂ ਹਰਕ੍ਰਿਸ਼ਨ ਸਾਹਿਬ ਕਹਿਣ ਲੱਗੇ, ਪੰਡਤ ਜੀ ਤੁਸੀਂ ਗੁਰੂ ਨਾਨਕ ਦੇ ਘਰ ਦੀਆਂ ਬਖਸ਼ਿਸ਼ਾਂ ਰਹਿਮਤਾਂ ਨੂੰ ਜਾਣਦੇ ਨਹੀਂ ਹੋ। ਗੁਰੂ ਨਾਨਕ ਦੇ ਘਰ ਦੀ ਸਮਰੱਥਾ ਕਿੰਨੀ ਹੈ। ਅਸੀਂ ਤੁਹਾਨੂੰ ਗੀਤਾ ਪੜ੍ਹ ਕੇ, ਗੀਤਾ ਵਿਚਾਰ ਕੇ ਵੀ ਸੁਣਾ ਦਿੱਤੀ ਨਾ, ਤੇ ਤੁਹਾਡੀ ਤਸੱਲੀ ਫੇਰ ਕੋਈ ਨਹੀਂ ਜੇ ਹੋਣੀ। ਫਿਰ ਤੁਸੀਂ ਕਹਿਣਾ ਗੁਰੂ ਘਰ ਰਹਿਣ ਕਰਕੇ, ਸਮਰੱਥਾ ਸਾਧਨ ਹੋਣ ਕਰਕੇ ਇਹਨਾਂ ਛੋਟੀ ਉਮਰੇ ਹੀ ਉਹ ਸਿੱਖ ਲਈ ਹੋਏਗੀ, ਗੀਤਾ ਪੜ੍ਹ ਲਈ ਹੋਏਗੀ। ਜੇ ਗੁਰੂ ਨਾਨਕ ਦੇ ਘਰ ਦੀ ਰਹਿਮਤ ਵੇਖਣੀ ਹੈ, ਤੁਸੀਂ ਜਿਹੜੇ ਮਰਜ਼ੀ ਵਿਅਕਤੀ ਨੂੰ ਇੱਥੇ ਲੈ ਆਵੋ, ਉਹੀ ਗੀਤਾ ਪੜ੍ਹ ਕੇ ਸੁਣਾ ਦੇਵੇਗਾ। ਉਹ ਕਹਿੰਦੇ ਉਹਨੇ ਨਗਰ ਦੇ ਸਭ ਤੋਂ ਨਖੇਦ, ਜਿਹਨੂੰ ਕੋਈ ਅੱਖਰਾਂ ਦੀ, ਬੋਲਾਂ ਦੀ, ਵਿਦਿਆ ਦੀ ਸਮਝ ਨਹੀਂ ਸੀ, ਛੱਜੂ ਝੀਵਰ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਲਿਆਂਦਾ। ਤੇ ਜਦੋਂ ਗੁਰੂ ਦੀਆਂ ਬਖਸ਼ਿਸ਼ਾਂ ਰਹਿਮਤਾਂ ਵਰਤਦੀਆਂ ਨੇ ਨਾ, ਫਿਰ ਤੇ ਕੁੱਲਾਂ ਦਾ ਹੀ ਉਧਾਰ ਹੋ ਜਾਂਦਾ ਹੈ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਨੀਚੇ ਊਚ ਕਰੇ ਮੇਰਾ ਗੋਬਿੰਦ ਕਾਹੂ, ਤੇ ਨਾ ਡਰੇ ਹਰ ਜੀ, ਨਿਮਾਣਿਆ ਤੂੰ ਮਾਣ, ਨਚੀਜਿਆ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕੋ ਕੁਰਬਾਨ। ਉਹ ਇਤਿਹਾਸ ਗਵਾਹ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਐਸੀਆਂ, ਗੁਰੂ ਹਰਕ੍ਰਿਸ਼ਨ ਸਾਹਿਬ ਦੀਆਂ ਐਸੀਆਂ ਰਹਿਮਤਾਂ ਬਖਸ਼ਿਸ਼ਾਂ ਵਰਤੀਆਂ ਕਿ ਜਿਹਨੂੰ ਪੰਡਤ ਨੇ ਇਸ ਬਿਰਤੀ ਦੇ ਨਾਲ ਲਿਆਂਦਾ ਸੀ ਕਿ ਬਿਲਕੁਲ ਮੂਰਖ ਨਖੇਧ ਹੈ, ਇਹਨੂੰ ਕੋਈ ਸਮਝ ਨਹੀਂ, ਬੋਲਣਾ ਹੀ ਨਹੀਂ ਆਉਂਦਾ ਹੈ। ਉਹਨੇ ਗੀਤਾ ਪੜ੍ਹ ਕੇ ਵੀ ਸੁਣਾ ਦਿੱਤੀ, ਉਹਨੇ ਗੀਤਾ ਦੀ ਵਿਆਖਿਆ ਵੀ ਕਰਕੇ ਸੁਣਾ ਦਿੱਤੀ। ਇਹ ਹੈ ਜਦੋਂ ਗੁਰੂ ਦੀ ਰਹਿਮਤ ਵਰਤਦੀ ਹੈ, ਖਲ ਚਤਰ ਬਕੀਤਾ, ਇੱਕ ਮੂਰਖ ਵੀ ਸੋਹਣਾ ਬਖਤਾ ਬਣ ਜਾਂਦਾ ਹੈ। ਮਹਾਰਾਜ ਕਹਿੰਦੇ ਮਹਿਮਾ ਸਾਧੂ ਸੰਗ ਕੀ, ਇਹ ਹੈ ਗੁਰੂ ਦੀ ਮਹਿਮਾ। ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ। ਮਹਾਰਾਜ ਕਹਿੰਦੇ ਹੈ ਤਰਸ ਦੇ ਘਰ ਵਾਹਿਗੁਰੂ ਜੀ, ਤੁਹਾਡੇ ਅੱਗੇ ਅਸੀਂ ਦੀਨ ਬੇਨਤੀ ਜੋਦੜੀ ਕਰਦੇ ਹਾਂ ਕਿ ਅਸੀਂ ਅੰਨੇ ਵੀ ਹਾਂ, ਅਸੀਂ ਬੋਲੇ ਵੀ ਹਾਂ, ਅਸੀਂ ਪਿੰਗਲੇ ਵੀ ਹਾਂ, ਔਰ ਅਸੀਂ ਗੂੰਗੇ ਵੀ ਹਾਂ। ਪਰ ਜੇ ਤੁਹਾਡੀਆਂ ਰਹਿਮਤਾਂ ਬਖਸ਼ਿਸ਼ਾਂ ਵਰਤ ਜਾਣ ਦਾਤਾ ਜੀ, ਫਿਰ ਸਾਡੇ ਸਾਰੇ ਦੇ ਸਾਰੇ ਅਵਗੁਣ ਕੱਟੇ ਜਾ ਸਕਦੇ ਹਨ। ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੇ। ਜੇ ਤੁਹਾਡੀ ਕਿਰਪਾ ਹੋ ਜਾਏ ਨਾ, ਫਿਰ ਸਾਡੇ ਜੀਵਨ ਦੇ ਸਾਰੇ ਬੰਧਨ ਕੱਟੇ ਜਾ ਸਕਦੇ ਹਨ। ਫਿਰ ਕੋਈ ਬੰਧਨ ਨਹੀਂ ਰਹੇਗਾ, ਕੋਈ ਅਵਗੁਣ ਨਹੀਂ ਰਹੇਗਾ, ਕੋਈ ਪਾਪ ਨਹੀਂ ਰਹੇਗਾ, ਕੋਈ ਗੁਨਾਹ ਨਹੀਂ ਜੀਵਨ 'ਚ ਰਹੇਗਾ, ਕੋਈ ਪਸ਼ੂ ਬਿਰਤੀ ਜੀਵਨ 'ਚ ਨਹੀਂ ਰਹੇਗੀ। ਪਰ ਇਹ ਜੀਵਨ ਬਦਲੇਗਾ ਕਦੋਂ? ਜਦੋਂ ਦਾਤਾ ਜੀ ਤੁਹਾਡੀ ਮਿਹਰ ਹੋਵੇਗੀ, ਰਹਿਮਤ ਹੋਵੇਗੀ। ਤੇ ਦਾਤੇ ਦੀਆਂ ਮਿਹਰਾਂ ਉਦੋਂ ਹੀ ਸਾਡੀ ਝੋਲੀ 'ਚ ਪੈਂਦੀਆਂ ਨੇ ਜਦੋਂ ਸਾਡਾ ਭਰੋਸਾ ਦਾਤੇ ਤੇ, ਗੁਰੂ ਤੇ, ਵਾਹਿਗੁਰੂ ਤੇ ਬਣਦਾ ਹੈ। ਇਧਰ ਉਧਰ ਦੀ ਭਟਕਣਾ ਛੱਡ ਕੇ ਜਦੋਂ ਆਪਾਂ ਗੁਰੂ ਕੋਲ ਆ ਕੇ ਕਵਾਂਗੇ ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੂ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਜਦੋਂ ਅਸੀਂ ਗੁਰੂ ਅੱਗੇ ਤਰਲਾ ਕਰਾਂਗੇ ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸ਼ੋਭਾ ਚਿੰਤਾ ਲਾਹੇ ਹਮਾਰੀ। ਉਦੋਂ ਗੁਰੂ ਵੀ ਰਹਿਮਤ ਕਰਨਗੇ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਗੁਰੂ ਮਿਹਰ ਕਰਨ। ਗੁਰੂ ਸਾਹਿਬ ਜੀ ਦੇ ਪਾਵਨ ਬਚਨ ਸਾਡੇ ਸਭ ਦੇ ਹਿਰਦਿਆਂ 'ਚ ਵਸਣ। ਗੁਰੂ ਕੇ ਉਪਦੇਸ਼ਾਂ ਦੇ, ਗੁਰਮਤ ਦੇ, ਰਹਿਣੀ ਬਹਿਣੀ ਦੇ ਧਾਰਨੀ ਬਣ ਕੇ ਗੁਰੂ ਨੇ ਸਾਨੂੰ ਸਰਬੱਤ ਦਾ ਭਲਾ ਮੰਗਣ ਵਾਲੇ ਬਣਾਇਆ ਹੈ। ਸਰਬੱਤ ਦਾ ਭਲਾ ਮੰਗੀਏ। ਕੀ ਸੰਸਾਰ ਤੇ ਵਰਤ ਰਿਹਾ ਹੈ, ਕਿਧਰੇ ਬਿਮਾਰੀ ਕਰਕੇ, ਕਿਧਰੇ ਹੋਰ ਮਨੁੱਖਾਂ ਦੀ ਈਰਖਾ ਕਰਕੇ ਹਮਲੇ ਹੋ ਰਹੇ, ਲੋਕ ਮਰ ਰਹੇ ਨੇ। ਇਹੀ ਅਰਦਾਸ ਕਰੀਏ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਬਰੈ, ਤਿਤੈ ਲਿਹੋ ਉਬਾਰ। ਗੁਰੂ ਸਾਰਿਆਂ ਦਾ ਭਲਾ ਕਰਨ, ਸਭ ਨੂੰ ਤੰਦਰੁਸਤੀਆਂ, ਚੜ੍ਹਦੀ ਕਲਾ ਦੀਆਂ ਦਾਤਾਂ ਬਖਸ਼ਣ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਿਆ ਮੇਰੀ